ਜਗਰਾਓਂ ਐਨਆਰਆਈ ਕੋਠੀ ਮਸਲੇ ਦੇ ਵਿੱਚ ਨਵਾਂ ਮੋੜ ਆ ਗਿਆ। ਦੋਸ਼ੀ ਯਾਨੀ ਕਿ ਅਸ਼ੋਕ ਕੁਮਾਰ ਅਤੇ ਪਰਚਾ ਕਰਾਉਣ ਵਾਲਾ ਕਰਮ ਸਿੰਘ ਦੋਵਾਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ, ਕੰਪਰੋਮਾਈਜ਼ ਹੋ ਗਿਆ। ਆ ਅਦਾਲਤ ਦਾ ਆਰਡਰ ਹੈ ਮੇਰੇ ਕੋਲ, ਜਿਹਦੇ ਵਿੱਚ ਸਾਫ਼ ਤੌਰ ਤੇ ਬੇਲ ਦੇ ਦਿੱਤੀ ਗਈ ਹੈ ਅਸ਼ੋਕ ਕੁਮਾਰ ਨੂੰ, ਔਰ ਸਾਫ਼ ਤੌਰ ਤੇ ਪੁਲਿਸ ਨੇ ਵੀ ਲਿਖ ਕੇ ਦਿੱਤਾ ਹੈ ਔਰ ਨਾਲ ਦੀ ਨਾਲ ਕਰਮ ਸਿੰਘ ਨੇ ਵੀ ਲਿਖ ਕੇ ਦਿੱਤਾ ਹੈ ਕਿ ਮੇਰਾ ਅਸ਼ੋਕ ਕੁਮਾਰ ਦੇ ਨਾਲ ਕੰਪਰੋਮਾਈਜ਼ ਹੋ ਗਿਆ ਹੈ। ਐਨਆਰਆਈ ਪਰਿਵਾਰ ਦੇ ਨਾਮ ਤੇ ਹਲੇ ਤੱਕ ਦੁਬਾਰਾ ਜਿਹੜੀ ਆ ਕੋਠੀ ਨਹੀਂ ਹੋਈ। ਚਾਬੀਆਂ ਉਹਨਾਂ ਨੂੰ ਦੇਤੀਆਂ ਪਰ ਕਾਗਜ਼ੀ ਪੱਤਰੀ ਉਹਨਾਂ ਦੇ ਨਾਮ ਤੇ ਹਲੇ ਜਿਹੜੀ ਕੋਠੀ ਨਹੀਂ ਹੋਈ। ਪਰ ਜਿਹੜਾ ਦੋਸ਼ੀ ਅਸ਼ੋਕ ਕੁਮਾਰ ਹੈ ਔਰ ਜਿਹੜਾ ਪਰਚਾ ਕਰਾਉਣ ਵਾਲਾ ਕਰਮ ਸਿੰਘ ਹੈ, ਉਹਨਾਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ, ਬੇਲ ਹੋ ਗਈ, ਪਰ ਕੋਠੀ ਨਾਮ ਨਹੀਂ ਹੋਈ। ਕਿਹਦੇ ਕਹਿਣ ਤੇ ਰਾਜੀਨਾਮਾ ਹੋਇਆ, ਕਿਉਂ ਰਾਜੀਨਾਮਾ ਹੋਇਆ ਔਰ ਮਾਮਲੇ ਦੀ ਜੜ ਕਿੱਥੇ ਹੈ ਜਿੱਥੋਂ ਧੋਖਾ ਹੋਣਾ ਸ਼ੁਰੂ ਹੋ ਗਿਆ, ਇਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ। ਔਰ ਬੜਾ ਅਹਿਮ ਪ੍ਰੋਗਰਾਮ ਜਿਹੜਾ ਉਹ ਰਹਿਣ ਵਾਲਾ ਹੈ ਔਰ ਕੁਝ ਖੁਲਾਸੇ ਜਿਹੜੇ ਆ ਉਹ ਕਰਾਂਗੇ। ਔਰ ਬੀਬੀ ਮਾਣੂਕੇ ਦਾ ਇਹਦੇ ਵਿੱਚ ਕੀ ਰੋਲ ਹੈ। ਸਵਾਲ ਇਹ ਵੀ ਖੜੇ ਹੋ ਰਹੇ ਆ ਕਿ ਇਹ ਐਫਆਈਆਰ ਜਿਹੜੀ ਹੈ ਉਹ ਕਰਮ ਸਿੰਘ ਦੇ ਵੱਲੋਂ ਕਿਉਂ ਦਰਜ ਕੀਤੀ ਗਈ, ਕਿਉਂ ਐਫਆਈਆਰ ਜਿਹੜੀ ਦਰਜ ਹੈ ਉਹ ਐਨਆਰਆਈ ਪਰਿਵਾਰ ਦੇ ਵੱਲੋਂ, ਬੀਬੀ ਅਮਰਜੀਤ ਕੌਰ ਦੇ ਵੱਲੋਂ ਕਿਉਂ ਐਫਆਈਆਰ ਪੁਲਿਸ ਨੇ ਦਰਜ ਨਹੀਂ ਕੀਤੀ, ਜਦਕਿ ਕੋਠੀ ਜਿਹੜੀ ਹੈ ਉਹ ਐਨਆਰਆਈ ਪਰਿਵਾਰ ਦੀ ਹੈ, ਬੀਬੀ ਅਮਰਜੀਤ ਕੌਰ ਦੀ ਹੈ। ਪੀੜਤ ਜਿਹੜੀ ਹੈ ਉਹ ਬੀਬੀ ਅਮਰਜੀਤ ਕੌਰ ਹੈ, ਕੋਠੀ ਨੱਪੀ ਬੀਬੀ ਅਮਰਜੀਤ ਕੌਰ ਦੀ। ਪਰਚਾ ਦਰਜ ਹੁੰਦਾ ਹੈ ਕਰਮ ਸਿੰਘ ਦੇ ਬਿਆਨਾਂ ਤੋਂ। ਮਤਲਬ ਹੈਰਾਨੀ ਦੀ ਗੱਲ ਹੈ, ਧੋਖਾ ਬੀਬੀ ਅਮਰਜੀਤ ਕੌਰ ਦੇ ਨਾਲ ਹੋਇਆ ਔਰ ਐਫਆਈਆਰ ਜਿਹੜੀ ਹੈ ਉਹ ਕਰਮ ਸਿੰਘ ਦੇ ਬਿਆਨਾਂ ਤੇ ਹੁੰਦੀ ਹੈ। ਲੋਕ ਇਹ ਗੱਲ ਕਹਿ ਰਹੇ ਆ ਕਿ ਅਸ਼ੋਕ ਕੁਮਾਰ ਵੀ ਬੀਬੀ ਦਾ ਬੰਦਾ ਹੈ ਔਰ ਕਰਮ ਸਿੰਘ ਵੀ ਬੀਬੀ ਦਾ ਬੰਦਾ ਹੈ। ਬੀਬੀ ਦੇ ਬੰਦੇ ਤੋਂ ਬੀਬੀ ਦੇ ਹੀ ਬੰਦੇ ਦੇ ਉੱਪਰ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਔਰ ਫਿਰ ਅੱਗੇ ਜਾ ਕੇ ਕੰਪਰੋਮਾਈਜ਼ ਤਾਂ ਹੋਣਾ ਹੀ ਸੀਗਾ, ਉਹ ਹੁਣ ਕਹਿੰਦੇ ਬੀਬੀ ਨੇ ਕਰਵਾ ਦਿੱਤਾ। ਇਹ ਉਹ ਅਸ਼ੋਕ ਕੁਮਾਰ ਹੈ ਜਿਹਨੇ ਬੀਬੀ ਅਮਰਜੀਤ ਕੌਰ ਦੇ ਨਾਮ ਤੋਂ ਝੂਠੀ ਪਾਵਰ ਆਫ ਅਟਰਨੀ ਲੈ ਕੇ ਜਿਹੜੀ ਅੱਗੇ ਰਜਿਸਟਰੀ ਕਰਾਈ ਕਰਮ ਸਿੰਘ ਨੂੰ। ਇਹ ਬੀਬੀ ਦੇ ਨਾਲ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਅਸ਼ੋਕ ਕੁਮਾਰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਬੀਬੀ ਦਾ ਖਾਸਮ ਖਾਸ ਹੈ। ਆਹ ਤੁਸੀਂ ਦੇਖ ਸਕਦੇ ਹੋ 22 ਘੰਟੇ ਪਹਿਲਾਂ ਦੀ ਇਹ ਤਸਵੀਰ ਹੈ। ਇਹ ਪੋਸਟ ਬੀਬੀ ਮਾਣੂਕੇ ਦੇ ਆਪਣੇ ਪੇਜ ਤੇ ਪਾਈ ਗਈ ਹੈ, ਜਿਹਦੇ ਵਿੱਚ ਬੀਬੀ ਕਹਿੰਦੇ ਆ ਕਿ ਮੇਰੇ ਜਨਮ ਦਿਨ ਮੌਕੇ ਮੈਨੂੰ ਸੋਸ਼ਲ ਮੀਡੀਆ ਰਾਹੀਂ, ਫੋਨ ਕਾਲ ਰਾਹੀਂ ਜਾਂ ਮੇਰੇ ਗ੍ਰਹਿ ਆ ਕੇ ਵਧਾਈਆਂ ਦੇਣ ਵਾਲੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਇਸ ਮਸਲੇ ਦੇ ਨਾਲ ਰੋਲ ਕੀ ਹੈ। ਇਸੇ ਹੀ ਜਨਮ ਦਿਨ ਦੀ ਅਗਲੀ ਇੱਕ ਤਸਵੀਰ ਹੈ ਜਿਹਦੀ ਕੜੀ ਜਿਹੜੀ ਇਸ ਮਾਮਲੇ ਦੇ ਨਾਲ ਜੁੜਦੀ ਹੈ। ਦੇਖੋ ਬੀਬੀ ਆਪਣੇ ਸਮਰਥਕਾਂ ਦੇ ਨਾਲ ਖੜੀ ਹੈ, ਬੁਲਬੁਲੇ ਲੱਗੇ ਹੋਏ ਆ, ਗੁਬਾਰੇ ਲੱਗੇ ਆ, ਜਨਮ ਦਿਨ ਮਨਾਇਆ ਜਾ ਰਿਹਾ, ਕੇਕ ਕੱਟਿਆ ਜਾ ਰਿਹਾ, ਤਾੜੀਆਂ ਵੱਜ ਰਹੀਆਂ ਤੇ ਇੱਕ ਬੰਦਾ ਪਾਸੇ ਕਰਕੇ ਖੜਾਇਆ ਗਿਆ, ਜਿਵੇਂ ਕਿਹਾ ਗਿਆ ਹੋਵੇ ਕਿ ਭਾਈ ਤੂੰ ਫੋਟੋ ਦੇ ਵਿੱਚ ਨਹੀਂ ਆਉਣਾ, ਕਿਤੇ ਰੌਲਾ ਨਾ ਪੈ ਜੀ। ਜਿੱਥੇ ਨਿਸ਼ਾਨ ਲੱਗਿਆ ਫੋਟੋ ਵੱਡੀ ਕਰਕੇ ਦਿਖਾਓ। ਇਹ ਤਸਵੀਰ ਦੇ ਵਿੱਚ ਕੌਣ ਖੜਾ ਹੈ? ਇਹ ਤਸਵੀਰ ਦੇ ਵਿੱਚ ਖੜਾ ਹੈ ਕਰਮ ਸਿੰਘ। ਹੁਣ ਇਹ ਬੀਬੀ ਜਿਹੜੀ ਇਹ ਗੱਲ ਕਹਿੰਦੀ ਸੀਗੀ ਕਿ ਭਾਈ ਮੈਂ ਪੁਲਿਸ ਨੂੰ ਕਹਿੰਦੀ ਆ ਕਿ ਕਰਮ ਸਿੰਘ ਅਤੇ ਅਸ਼ੋਕ ਕੁਮਾਰ ਦੇ ਵਿੱਚੋਂ ਜਿਹੜਾ ਗਲਤ ਉਹ ਤੇ ਪਰਚਾ ਦਰਜ ਕਰ ਦਿਓ, ਤੇ ਪਰਚਾ ਦਰਜ ਅਸ਼ੋਕ ਕੁਮਾਰ ਤੇ ਕਰ ਦਿੱਤਾ। ਹੁਣ ਬੀਬੀ ਦਾ ਖਾਸਮ ਖਾਸ ਕਰਮ ਸਿੰਘ ਜਿਹੜਾ ਕਿ ਕੱਲ ਤੱਕ ਵੀ ਬੀਬੀ ਦੇ ਨਾਲ ਹੈ, ਤਾਂ ਫਿਰ ਉਹ ਕਿਉਂ ਕੰਪਰੋਮਾਈਜ਼ ਕਰ ਰਿਹਾ ਜੇ ਅਸ਼ੋਕ ਕੁਮਾਰ ਗਲਤ ਹੈ? ਬੀਬੀ ਦਾ ਬੰਦਾ ਕਿਉਂ ਕੰਪਰੋਮਾਈਜ਼ ਕਰ ਰਿਹਾ ਜੇ ਅਸ਼ੋਕ ਕੁਮਾਰ ਗਲਤ ਹੈ? ਵੱਡੇ ਸਵਾਲ ਖੜੇ ਹੋ ਰਹੇ ਨੇ। ਕਿਤੇ ਬੀਬੀ ਦਾ ਇਹਦੇ ਵਿੱਚ ਕਿਤੇ ਰੋਲ ਤਾਂ ਨਹੀਂ? ਹਾਲੇ ਤੱਕ ਐਨਆਰਆਈ ਪਰਿਵਾਰ ਜ਼ੋਰ ਲਾ ਰਿਹਾ ਕਿ ਭਾਈ ਸਾਡੇ ਬਿਆਨਾਂ ਤੇ ਪਰਚਾ ਦਰਜ ਕਰੋ, ਅਸੀਂ ਪੀੜਤਾਂ, ਕੋਠੀ ਸਾਡੀ ਸੀ, ਨੁਕਸਾਨ ਸਾਡਾ ਹੋਇਆ, ਬਾਹਰੋਂ ਅਸੀਂ ਕੰਮਕਾਜ ਛੱਡ ਕੇ ਇੱਥੇ ਆਏ ਹੋਏ ਆ, ਬਾਹਰੋਂ ਅਸੀਂ ਲੱਖਾਂ ਦੀਆਂ ਟਿਕਟਾਂ ਲੈ ਕੇ ਇੱਥੇ ਆਏ ਹੋਏ ਆ, ਨੁਕਸਾਨ ਵੀ ਚੱਲ ਰਹੇ ਆ, ਤੇ ਐਫਆਈਆਰ ਸਾਡੇ ਬਿਆਨਾਂ ਤੋਂ ਦਰਜ ਕਰੋ, ਨਾ ਕਿ ਕਰਮ ਸਿੰਘ ਦੇ ਬਿਆਨਾਂ ਤੋਂ। ਪਰ ਪੁਲਿਸ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਉਹਨਾਂ ਨੇ ਪਤਾ ਨਹੀਂ ਕਿਹਦੀ ਸ਼ਹਿ ਦੇ ਉੱਪਰ, ਪਤਾ ਨਹੀਂ ਕਿਹਦੇ ਇਸ਼ਾਰਿਆਂ ਦੇ ਉੱਪਰ ਐਫਆਈਆਰ ਦਰਜ ਜਿਹੜੀ ਹੈ ਉਹ ਕਰਮ ਸਿੰਘ ਦੇ ਬਿਆਨਾਂ ਤੋਂ ਕਰ ਲਈ, ਤੇ ਕਰਮ ਸਿੰਘ ਨੇ ਹੁਣ ਜਿਹੜਾ ਉਹ ਰਾਜੀਨਾਮਾ ਕਰ ਲਿਆ ਅਸ਼ੋਕ ਕੁਮਾਰ ਦੇ ਨਾਲ। ਮੈਂ ਇੱਥੇ ਲੋਕਾਂ ਨੂੰ ਫੇਰ ਅਪੀਲ ਕਰੂੰਗਾ ਕਿ ਜਿਹੜੀ ਚੀਜ਼ ਨੂੰ ਲੈ ਕੇ ਆਪਾਂ ਸਾਰੇ ਲੋਕ ਜਿਹੜੇ ਉਸ ਐਨਆਰਆਈ ਪਰਿਵਾਰ ਦੇ ਖਿਲਾਫ ਹੋ ਗਏ ਕਿ ਭਾਈ ਇਹਨਾਂ ਪਰਿਵਾਰ ਨੇ ਸਰਕਾਰ ਦਾ, ਭਗਵੰਤ ਮਾਨ ਦਾ, ਬਲਤੇਜ ਪੰਨੂ ਦਾ ਧੰਨਵਾਦ ਕਿਉਂ ਕਰ ਦਿੱਤਾ, ਇਸ ਕਰਕੇ ਆਪਾਂ ਸਾਰੇ ਜਣੇ ਉਹਦੇ ਖਿਲਾਫ ਹੋ ਗਏ ਆ। ਇਹ ਤੁਹਾਨੂੰ ਸੋਚਣਾ ਪਊਗਾ ਕਿ ਉਹ ਸਰਕਾਰ ਦਾ ਇੱਕ ਤੁਹਾਡੀ ਲਹਿਰ ਨੂੰ ਤੋੜਨ ਦੇ ਲਈ ਛੜਯੰਤਰ ਸੀਗਾ। ਹੁਣ ਉਹ ਪਰਿਵਾਰ ਜਿਹੜਾ ਉਹ ਇਕੱਲਾ ਪੈ ਚੁੱਕਿਆ, ਲੋਕ ਉਹਨਾਂ ਨੂੰ ਮਜ਼ਾਕ ਕਰਦੇ ਆ, ਉਦੋਂ ਬੜਾ ਹੋਬ ਤੁਰਦੇ ਸੀ, ਹੁਣ ਤੁਹਾਡਾ ਹੋ ਗਿਆ ਮਸਲਾ ਹੱਲ।
मैं फिर लोगों ਨੂੰ ਜਿਹੜੀ अपील करूँगा कि वो लहर तोड़न वास्ते सरकार के षड्यंत्र ਜਿਹੜੇ ਆ ਸਾਡੇ ਤੋਂ ਸੀਨੀਅਰ ਪੱਤਰਕਾਰ ਨੇ, ਸਾਡੇ ਤੋਂ ਸੀਨੀਅਰ ਲੋਕ ਨੇ, ਸਾਡੇ ਤੋਂ ਵੱਧ ਤਜਰਬੇ ਵਾਲੇ ਲੋਕ ਨੇ, ਉਹ ਜਾਣਦੇ ਆ ਕਿ ਸਰਕਾਰਾਂ ਕਿਵੇਂ षड्यंत्र ਚੱਲਦੀਆਂ ਹੁੰਦੀਆਂ। ਇਹ ਜਿਹੜੇ ਅੰਦੋਲਨ ਤੋੜਨ ਦੇ ਲਈ, ਲਹਿਰਾਂ ਤੋੜਨ ਦੇ ਲਈ, ਉਹ ਲਹਿਰ ਤੋੜਨ ਦੇ ਲਈ ਉਹਨਾਂ ਨੇ षड्यंत्र ਚੱਲਿਆ ਤੇ ਆਪਣੇ ਤੇ ਉਹ ਕੰਮ ਕਰ ਗਿਆ। ਤੇ ਉਹ ਪਰਿਵਾਰ ਵੀ ਇਹ ਗੱਲ ਮੰਨ ਰਿਹਾ ਕਿ ਭਾਈ ਅਸੀਂ ਉਹ ਚੀਜ਼ ਗੱਲ ਕਰਕੇ ਉਹ ਜਿਹੜੀ ਗਲਤੀ ਕਰ ਲਈ ਹੈ, ਹੁਣ ਦੁਬਾਰਾ ਸਾਡਾ ਸਾਥ ਦਿੱਤਾ ਹੈ। ਇੱਕ ਵਾਰ ਫਿਰ ਇਹ ਜਿਹੜਾ ਕੰਮ ਅਧੂਰਾ ਰਹਿ ਗਿਆ, ਆਪਾਂ ਸਾਰੇ ਜਣੇ ਰਲ ਕੇ ਉਸ NRI ਪਰਿਵਾਰ ਦੀ ਮਦਦ ਕਰੀਏ ਔਰ ਉਸ NRI ਪਰਿਵਾਰ ਨੂੰ ਦੁਬਾਰਾ ਇਨਸਾਫ ਦਿਵਾਈਏ ਔਰ ਸਹੀ ਮਾਇਨਿਆਂ ਦੇ ਵਿੱਚ ਜਿੱਥੋਂ ਪਰਚਾ ਦਰਜ ਹੋਣਾ ਚਾਹੀਦਾ ਉੱਥੋਂ ਪਰਚਾ ਦਰਜ ਕਰਵਾਈਏ ਔਰ ਉਹਨਾਂ ਦੇ ਨਾਮ ਦੇ ਉੱਪਰ ਦੁਬਾਰਾ ਜਿਹੜੀ ਆ ਕੋਠੀ ਹੋਣੀ ਚਾਹੀਦੀ ਹੈ। ਇਹ ਵੀ ਆਪਾਂ ਜਿਹੜਾ ਦੁਬਾਰਾ ਸੰਘਰਸ਼ ਕਰੀਏ। ਇਹ ਜਿਹੜੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ, ਸਾਡੇ ਭੈਣ ਭਰਾ ਨੇ ਗਲਤੀਆਂ ਹੋ ਜਾਂਦੀਆਂ, ਪੋਲੀਟੀਸ਼ੀਅਨ ਲੀਡਰ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਲੋਕਾਂ ਨੂੰ ਤੋੜ ਮਰੋੜ ਲੈਂਦੇ ਆ। ਜਗਰਾਓਂ NRI ਕੋਠੀ ਮਸਲੇ ਦੇ ਵਿੱਚ ਨਵਾਂ ਮੋੜ ਆ ਗਿਆ। ਦੋਸ਼ੀ ਜਾਨੀ ਕਿ ਅਸ਼ੋਕ ਕੁਮਾਰ ਅਤੇ ਪਰਚਾ ਕਰਾਉਣ ਵਾਲਾ ਕਰਮ ਸਿੰਘ ਦੋਵਾਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ, ਕੰਪਰੋਮਾਈਜ਼ ਹੋ ਗਿਆ। ਆ ਅਦਾਲਤ ਦਾ ਆਰਡਰ ਹੈ ਮੇਰੇ ਕੋਲ, ਜਿਹਦੇ ਵਿੱਚ ਸਾਫ਼ ਤੌਰ ਤੇ ਬੇਲ ਦੇ ਦਿੱਤੀ ਗਈ ਹੈ ਅਸ਼ੋਕ ਕੁਮਾਰ ਨੂੰ ਔਰ ਸਾਫ਼ ਤੌਰ ਤੇ ਪੁਲਿਸ ਨੇ ਵੀ ਲਿਖ ਕੇ ਦਿੱਤਾ ਹੈ ਔਰ ਨਾਲ ਦੀ ਨਾਲ ਕਰਮ ਸਿੰਘ ਨੇ ਵੀ ਲਿਖ ਕੇ ਦਿੱਤਾ ਹੈ ਕਿ ਮੇਰਾ ਅਸ਼ੋਕ ਕੁਮਾਰ ਦੇ ਨਾਲ ਕੰਪਰੋਮਾਈਜ਼ ਹੋ ਗਿਆ ਔਰ ਨਾਲ ਹੀ ਨਾਲ ਧੋਖਾ ਹੋ ਗਿਆ NRI ਪਰਿਵਾਰ ਦੇ ਨਾਲ। ਕਿਵੇਂ ਧੋਖਾ ਹੋਇਆ, ਕਿਹਦੇ ਕਹਿਣ ਤੇ ਰਾਜੀਨਾਮਾ ਹੋਇਆ, ਕਿਉਂ ਰਾਜੀਨਾਮਾ ਹੋਇਆ ਔਰ ਮਾਮਲੇ ਦੀ ਜੜ ਕਿੱਥੇ ਹੈ ਜਿੱਥੋਂ ਧੋਖਾ ਹੋਣਾ ਸ਼ੁਰੂ ਹੋ ਗਿਆ, ਇਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਔਰ ਬੜਾ ਅਹਿਮ ਪ੍ਰੋਗਰਾਮ ਜਿਹੜਾ ਉਹ ਰਹਿਣ ਵਾਲਾ ਹੈ ਔਰ ਕੁਝ ਖੁਲਾਸੇ ਜਿਹੜੇ ਆ ਉਹ ਕਰਾਂਗੇ ਔਰ ਬੀਬੀ ਮਾਣੂਕੇ ਦਾ ਇਹਦੇ ਵਿੱਚ ਕੀ ਰੋਲ ਹੈਗਾ ਜਾਂ ਨਹੀਂ ਹੈਗਾ, ਇਹ ਵੀ ਤੁਸੀਂ ਜਿਹੜਾ ਉਹ ਫੈਸਲਾ ਕਰਨਾ ਹੈਗਾ। ਤੁਹਾਨੂੰ ਦੱਸ ਦਿੰਦਾ ਕਿ ਆਹ ਮੇਰੇ ਕੋਲੇ ਆਰਡਰ ਹੈ, ਇਹ ਅਦਾਲਤ ਦਾ ਜਿਹੜਾ ਆਰਡਰ ਹੈਗਾ, ਜਿਹਦੇ ਵਿੱਚ ਸਾਫ਼ ਤੌਰ ਤੇ ਪੁਲਿਸ ਕਹਿੰਦੀ ਹੈ ਔਰ ਕਰਮ ਸਿੰਘ ਕਹਿੰਦਾ ਹੈ ਕਿ ਮੇਰਾ ਅਸ਼ੋਕ ਕੁਮਾਰ ਦੇ ਨਾਲ ਜਿਹੜਾ ਰਾਜੀਨਾਮਾ ਹੋ ਗਿਆ। ਪੁਲਿਸ ਕਹਿੰਦੀ ਕਿ ਸਾਨੂੰ ਅਸ਼ੋਕ ਕੁਮਾਰ ਜਿਹੜਾ ਕਿ ਲੋੜੀਂਦਾ ਸੀਗਾ ਪਰਚੇ ਦੇ ਵਿੱਚ, ਹੁਣ ਉਹਦੀ ਲੋੜ ਨਹੀਂ ਹੈ ਕਿਉਂਕਿ ਉਹਦਾ ਕਰਮ ਸਿੰਘ ਦੇ ਨਾਲ ਰਾਜੀਨਾਮਾ ਹੋ ਗਿਆ। ਕਰਮ ਸਿੰਘ ਕਹਿੰਦਾ ਮੇਰਾ ਰਾਜੀਨਾਮਾ ਹੋ ਗਿਆ। FIR ਦਰਜ ਹੁੰਦੀ ਹੈ 16/6/2023 ਨੂੰ ਤੇ ਜਿਹੜਾ ਰਾਜੀਨਾਮਾ ਹੋ ਜਾਂਦਾ, ਬੇਲ ਹੋ ਜਾਂਦੀ ਹੈ, ਉਹ ਹੁੰਦਾ ਹੈ 20/7/2023 ਨੂੰ। ਅਜਿਹਾ ਕੀ ਹੋ ਗਿਆ ਜਿਹੜਾ ਕਰਮ ਸਿੰਘ 1 ਮਹੀਨਾ ਪਹਿਲਾਂ ਜਿਹੜਾ ਇਹ ਕਹਿ ਰਿਹਾ ਸੀਗਾ ਕਿ ਮੇਰੇ ਨਾਲ ਧੋਖਾ ਕਰ ਦਿੱਤਾ ਅਸ਼ੋਕ ਕੁਮਾਰ ਨੇ, ਉਹਨੂੰ ਫੜ ਲਓ, ਮੈਨੂੰ ਖਦਸ਼ਾ ਕਿ ਉਹ ਕਿਤੇ ਬਾਹਰ ਨਾ ਭਾਜੇ। ਹੁਣ 1 ਮਹੀਨੇ ਦੇ ਅੰਦਰ ਅੰਦਰ ਉਹਨੇ ਕੰਪਰੋਮਾਈਜ਼ ਕਿਵੇਂ ਕਰ ਲਿਆ ਅਸ਼ੋਕ ਕੁਮਾਰ ਦੇ ਨਾਲ, ਇਹ ਵੱਡੇ ਸਵਾਲ ਖੜੇ ਹੋ ਰਹੇ ਆ। ਸਵਾਲ ਇਹ ਵੀ ਖੜੇ ਹੋ ਰਹੇ ਆ ਕਿ ਇਹ FIR ਜਿਹੜੀ ਹੈ ਉਹ ਕਰਮ ਸਿੰਘ ਦੇ ਵੱਲੋਂ ਕਿਉਂ ਦਰਜ ਕੀਤੀ ਗਈ, ਕਿਉਂ FIR ਜਿਹੜੀ ਦਰਜ ਹੈ ਉਹ NRI ਪਰਿਵਾਰ ਦੇ ਵੱਲੋਂ, ਬੀਬੀ ਅਮਰਜੀਤ ਕੌਰ ਦੇ ਵੱਲੋਂ ਕਿਉਂ FIR ਪੁਲਿਸ ਨੇ ਦਰਜ ਨਹੀਂ ਕੀਤੀ, ਕਿਉਂ ਕਰਮ ਸਿੰਘ ਦੇ ਬਿਆਨਾਂ ਤੇ ਕੀਤੀ ਗਈ ਹੈ, ਜਦ ਕਿ ਕੋਠੀ ਜਿਹੜੀ ਹੈ ਉਹ NRI ਪਰਿਵਾਰ ਦੀ ਹੈ, ਬੀਬੀ ਅਮਰਜੀਤ ਕੌਰ ਦੀ ਹੈ। ਪੀੜਤ ਜਿਹੜੀ ਹੈ ਉਹ ਬੀਬੀ ਅਮਰਜੀਤ ਕੌਰ ਹੈ, ਕੋਠੀ ਨੱਪੀ ਬੀਬੀ ਅਮਰਜੀਤ ਕੌਰ ਦੀ, ਪਰਚਾ ਦਰਜ ਹੁੰਦਾ ਹੈ ਕਰਮ ਸਿੰਘ ਦੇ ਬਿਆਨਾਂ ਤੋਂ। ਮਤਲਬ ਹੈਰਾਨੀ ਦੀ ਗੱਲ ਹੈ, ਧੋਖਾ ਬੀਬੀ ਅਮਰਜੀਤ ਕੌਰ ਦੇ ਨਾਲ ਹੋਇਆ ਔਰ FIR ਜਿਹੜੀ ਹੈ ਉਹ ਕਰਮ ਸਿੰਘ ਦੇ ਬਿਆਨਾਂ ਤੇ ਹੁੰਦੀ ਹੈ ਅਸ਼ੋਕ ਕੁਮਾਰ ਦੇ ਉੱਪਰ। ਔਰ ਲੋਕ ਇਹ ਗੱਲ ਕਹਿ ਰਹੇ ਆ ਕਿ ਅਸ਼ੋਕ ਕੁਮਾਰ ਵੀ ਬੀਬੀ ਦਾ ਬੰਦਾ ਹੈ ਔਰ ਕਰਮ ਸਿੰਘ ਵੀ ਬੀਬੀ ਦਾ ਬੰਦਾ ਹੈ। ਬੀਬੀ ਦੇ ਬੰਦੇ ਤੋਂ, ਬੀਬੀ ਦੇ ਹੀ ਬੰਦੇ ਦੇ ਉੱਪਰ FIR ਦਰਜ ਕਰਵਾ ਦਿੱਤੀ ਗਈ ਹੈ ਔਰ ਫਿਰ ਅੱਗੇ ਜਾ ਕੇ ਕੰਪਰੋਮਾਈਜ਼ ਤਾਂ ਹੋਣਾ ਹੀ ਸੀਗਾ, ਉਹ ਹੁਣ ਕਹਿੰਦੇ ਬੀਬੀ ਨੇ ਕਰਵਾ ਦਿੱਤਾ। ਲੋਕ ਇਹ ਗੱਲ ਕਹਿ ਰਹੇ ਆ, ਹਾਲਾਂਕਿ ਸਾਡਾ ਇਹਦੇ ਵਿੱਚ ਕੁਝ ਨਹੀਂ। ਲੋਕ ਤੁਸੀਂ ਕੀ ਸੋਚਦੇ ਹੋ ਇਹ ਵੀ ਜ਼ਰੂਰ ਦੱਸਿਓ। ਔਰ ਇੱਕ ਹੋਰ ਗੱਲ ਇਹਦੇ ਵਿੱਚ ਦਿਖਾ ਦਿੰਨੇ ਆ, ਇੱਕ ਜਿਹੜੀ ਫੋਟੋ ਪੁਰਾਣੀ ਪਹਿਲਾਂ ਵੀ ਦੇਖੀ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਆ ਔਰ ਨਵੀਆਂ ਫੋਟੋਆਂ ਕੱਲ੍ਹ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਬੀਬੀ ਦੀਆਂ। ਔਰ ਇੱਕ ਫੋਟੋ ਪਹਿਲਾਂ ਬੀਬੀ ਦੇ ਨਾਲ ਅਸ਼ੋਕ ਕੁਮਾਰ ਦੀ ਦਿਖਾਈ ਜਾਵੇ, ਮੈਂ ਆਪਣੀ ਟੀਮ ਨੂੰ ਕਹਾਂਗਾ। ਅਸ਼ੋਕ ਕੁਮਾਰ ਜਿਹਦੀ ਕਿ ਫੋਟੋ ਬੀਬੀ ਦੇ ਨਾਲ ਵਾਇਰਲ ਹੋਈ ਸੀ, ਸਾਹਮਣੇ ਆਈ ਸੀ, ਇਹ ਉਹ ਅਸ਼ੋਕ ਕੁਮਾਰ ਹੈ ਜਿਹਨੇ ਬੀਬੀ ਅਮਰਜੀਤ ਕੌਰ ਦੇ ਨਾਮ ਤੋਂ ਝੂਠੀ ਪਾਵਰ ਆਫ ਅਟਰਨੀ ਲੈ ਕੇ ਜਿਹੜੀ ਅੱਗੇ ਰਜਿਸਟਰੀ ਕਰਾਈ ਕਰਮ ਸਿੰਘ ਨੂੰ। ਇਹ ਬੀਬੀ ਦੇ ਨਾਲ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਅਸ਼ੋਕ ਕੁਮਾਰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਬੀਬੀ ਦਾ ਖਾਸਮ ਖਾਸ ਹੈ। ਔਰ ਅਗਲੀ ਤਸਵੀਰ ਜਿਹੜੀ ਆ ਬੀਬੀ ਦੇ ਜਨਮ ਦਿਨ ਮਨਾਉਂਦਿਆਂ ਦੀ ਕੱਲ ਦੀ ਤਸਵੀਰ ਹੈ, ਹੁਣ ਤੋਂ 22 ਘੰਟੇ ਪਹਿਲਾਂ ਦੀ। ਆ ਤੁਸੀਂ ਦੇਖ ਸਕਦੇ ਹੋ 22 ਘੰਟੇ ਪਹਿਲਾਂ ਦੀ ਇਹ ਤਸਵੀਰ ਹੈ। ਇਹ ਪੋਸਟ ਬੀਬੀ ਮਾਣੂਕੇ ਦੇ ਆਪਣੇ ਪੇਜ ਤੇ ਪਾਈ ਗਈ ਹੈ, ਜਿਹਦੇ ਵਿੱਚ ਬੀਬੀ ਕਹਿੰਦੇ ਆ ਕਿ ਮੇਰੇ ਜਨਮ ਦਿਨ ਮੌਕੇ ਮੈਨੂੰ ਸੋਸ਼ਲ ਮੀਡੀਆ ਰਾਹੀਂ
फोन कॉल राही ਜਾਂ ਮੇਰੇ ਗ੍ਰਹਿ ਆ ਕੇ ਵਧਾਈਆਂ ਦੇਣ ਵਾਲੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਇਸ ਮਸਲੇ ਦੇ ਨਾਲ ਰੋਲ ਕੀ ਹੈ। ਹੁਣ ਅਗਲੀ ਤਸਵੀਰ ਦਿਖਾਓ, ਇਸੇ ਹੀ ਜਨਮ ਦਿਨ ਦੀ ਅਗਲੀ ਤਸਵੀਰ ਉਹ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਦਿਖਾਉਣ। ਇਸੇ ਹੀ ਜਨਮ ਦਿਨ ਦੀ ਅਗਲੀ ਇੱਕ ਤਸਵੀਰ ਹੈ ਜਿਹਦੀ ਕੜੀ ਜਿਹੜੀ ਇਸ ਮਾਮਲੇ ਦੇ ਨਾਲ ਜੁੜਦੀ ਹੈ। ਦੇਖੋ ਬੀਬੀ ਆਪਣੇ ਸਮਰਥਕਾਂ ਦੇ ਨਾਲ ਖੜੀ ਹੈ, ਬੁਲਬੁਲੇ ਲੱਗੇ ਹੋਏ ਆ, ਗੁਬਾਰੇ ਲੱਗੇ ਆ, ਜਨਮ ਦਿਨ ਮਨਾਇਆ ਜਾ ਰਿਹਾ, ਕੇਕ ਕੱਟਿਆ ਜਾ ਰਿਹਾ, ਤਾੜੀਆਂ ਵੱਜ ਰਹੀਆਂ ਤੇ ਇੱਕ ਬੰਦਾ ਪਾਸੇ ਕਰਕੇ ਖੜਾਇਆ ਗਿਆ, ਜਿਵੇਂ ਕਿਹਾ ਗਿਆ ਹੋਵੇ ਕਿ ਭਾਈ ਤੂੰ ਫੋਟੋ ਦੇ ਵਿੱਚ ਨਹੀਂ ਆਉਣਾ, ਕਿਤੇ ਰੌਲਾ ਨਾ ਪੈ ਜੀ। ਜਿੱਥੇ ਨਿਸ਼ਾਨ ਲੱਗਿਆ ਫੋਟੋ ਵੱਡੀ ਕਰਕੇ ਦਿਖਾਓ। ਇਹ ਤਸਵੀਰ ਦੇ ਵਿੱਚ ਕੌਣ ਖੜਾ ਹੈ? ਇਹ ਤਸਵੀਰ ਦੇ ਵਿੱਚ ਖੜਾ ਹੈ ਕਰਮ ਸਿੰਘ। ਬੀਬੀ ਦੇ ਨਾਲ ਕਰਮ ਸਿੰਘ ਖੜਾ ਨਜ਼ਰ ਆ ਰਿਹਾ ਤਸਵੀਰ ਦੇ ਵਿੱਚ। ਉਹੀ ਕਰਮ ਸਿੰਘ ਜਿਹਨੇ ਅਸ਼ੋਕ ਕੁਮਾਰ ਦੇ ਉੱਪਰ, ਜਿਹਦੀ ਬੀਬੀ ਦੇ ਨਾਲ ਪਹਿਲਾਂ ਫੋਟੋ ਦਿਖਾਈ, ਜਿਹਦੇ ਉੱਪਰ ਇਲਜ਼ਾਮ ਲੱਗਦੇ ਆ ਕਿ ਬੀਬੀ ਦਾ ਉਹ ਖਾਸਮ ਖਾਸ ਹੈ। ਤੇ ਇਹ ਕਰਮ ਸਿੰਘ ਜਿਹੜਾ ਬੀਬੀ ਦਾ ਹੈ ਹੀ ਖਾਸਮ ਖਾਸ ਸੀ ਤੇ ਕੱਲ ਦੀ ਫੋਟੋ ਦੇ ਵਿੱਚ ਵੀ ਨਜ਼ਰ ਆ ਰਿਹਾ ਸੀ, ਪਾਸੇ ਕਰਕੇ ਖੜਾਇਆ ਸੀ, ਪਰ ਬੀਬੀ ਦੀ ਮਾੜੀ ਕਿਸਮਤ ਨੂੰ ਫੋਟੋ ਦੇ ਵਿੱਚ ਆ ਗਿਆ। ਇਹ ਕਰਮ ਸਿੰਘ ਖੜਾ ਨਜ਼ਰ ਆ ਰਿਹਾ। ਹੁਣ ਇਹ ਬੀਬੀ ਜਿਹੜੀ ਇਹ ਗੱਲ ਕਹਿੰਦੀ ਸੀਗੀ ਕਿ ਭਾਈ ਮੈਂ ਪੁਲਿਸ ਨੂੰ ਕਹਿੰਦੀ ਆ ਕਿ ਕਰਮ ਸਿੰਘ ਅਤੇ ਅਸ਼ੋਕ ਕੁਮਾਰ ਦੇ ਵਿੱਚੋਂ ਜਿਹੜਾ ਗਲਤ ਉਹ ਤੇ ਪਰਚਾ ਦਰਜ ਕਰ ਦਿਓ, ਤੇ ਪਰਚਾ ਦਰਜ ਅਸ਼ੋਕ ਕੁਮਾਰ ਤੇ ਕਰ ਦਿੱਤਾ। ਹੁਣ ਬੀਬੀ ਦਾ ਖਾਸਮ ਖਾਸ ਕਰਮ ਸਿੰਘ ਜਿਹੜਾ ਕਿ ਕੱਲ ਤੱਕ ਵੀ ਬੀਬੀ ਦੇ ਨਾਲ ਹੈ, ਤਾਂ ਫਿਰ ਉਹ ਕਿਉਂ ਕੰਪਰੋਮਾਈਜ਼ ਕਰ ਰਿਹਾ ਜੇ ਅਸ਼ੋਕ ਕੁਮਾਰ ਗਲਤ ਹੈ? ਬੀਬੀ ਦਾ ਬੰਦਾ ਕਿਉਂ ਕੰਪਰੋਮਾਈਜ਼ ਕਰ ਰਿਹਾ ਜੇ ਅਸ਼ੋਕ ਕੁਮਾਰ ਗਲਤ ਹੈ? ਵੱਡੇ ਸਵਾਲ ਖੜੇ ਹੋ ਰਹੇ ਨੇ। ਕਿਤੇ ਬੀਬੀ ਦਾ ਇਹਦੇ ਵਿੱਚ ਕਿਤੇ ਰੋਲ ਤਾਂ ਨਹੀਂ? ਕਿਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਿ ਇੱਕ ਬੀਬੀ ਦੇ ਬੰਦੇ ਨੇ ਦੂਜੇ ਬੀਬੀ ਦੇ ਬੰਦੇ ਦੇ ਉੱਪਰ FIR ਦਰਜ ਕਰਵਾਈ ਹੈ ਤੇ ਅੱਗੇ ਜਾ ਕੇ ਕੰਪਰੋਮਾਈਜ਼ ਹੀ ਹੋਣਾ ਸੀ, ਕਿਤੇ ਉਹ ਗੱਲ ਜਿਹੜੀ ਹੈ ਕਿਤੇ ਸੱਚ ਤਾਂ ਨਹੀਂ ਨਿਕਲ ਆਈ? ਇਹ ਵੀ ਜਿਹੜੀ ਗੱਲ ਵੱਡੇ ਪੱਧਰ ਤੇ ਜਿਹੜੀ ਉਹ ਉੱਠ ਰਹੀ ਹੈ। ਔਰ ਦੂਜੇ ਪਾਸੇ ਮੈਂ ਫਿਰ ਉਹੀ ਗੱਲ ਆਉਣ ਲੱਗਿਆ ਕਿ ਇਹ ਜਿਹੜੇ ਕੋਰਟ ਦੇ ਆਰਡਰ ਦੇ ਉੱਪਰ ਸਵਾਲ ਨਹੀਂ ਅਸੀਂ ਚੁੱਕ ਰਹੇ, ਕਾਨੂੰਨੀ ਪੱਖ ਤੋਂ ਇਹ ਆਰਡਰ ਠੀਕ ਨੇ। ਜਦੋਂ ਕੰਪਲੇਨੈਂਟ ਉੱਥੇ ਜਾ ਕੇ ਇਹ ਗੱਲ ਕਹਿ ਰਿਹਾ ਕਿ ਭਾਈ ਮੇਰਾ ਕੰਪਰੋਮਾਈਜ਼ ਹੋ ਗਿਆ, ਪੁਲਿਸ ਜਾ ਕੇ ਕਹਿ ਰਹੀ ਹੈ ਕਿ ਇਹਨਾਂ ਦਾ ਜੀ ਕੰਪਰੋਮਾਈਜ਼ ਹੋ ਗਿਆ, ਤੇ ਫਿਰ ਅਦਾਲਤ ਉੱਥੇ ਕੀ ਕਰੇ? ਅਦਾਲਤ ਨੇ ਤਾਂ ਫਿਰ ਬੇਲ ਦੇਣੀ ਹੋਈ ਸੀ। ਔਰ ਇਹ ਬੇਲ ਜਿਹੜੀ ਹੈ ਇਹ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਹੋਈ ਹੈ, ਜਿਹੜੀ ਕਿ ਹਲੇ ਤੱਕ ਸਾਹਮਣੇ ਨਹੀਂ ਸੀ ਆਈ। ਇਹ ਤਾਂ 20 ਤਰੀਕ ਨੂੰ ਹੀ ਹੋ ਗਈ ਸੀ, 16/6/2023 ਨੂੰ ਜਿਹੜੀ ਇਹ ਬੇਲ ਜਿਹੜੀ ਹੈ ਉਹ ਹੋ ਗਈ ਸੀਗੀ। ਔਰ ਨਾ ਮਾਫ ਕਰਨਾ 16/6/2023 ਨੂੰ ਪਰਚਾ ਦਰਜ ਹੋ ਗਿਆ ਤੇ 20/7/2023 ਨੂੰ ਯਾਨੀ ਕਿ ਤਕਰੀਬਨ 34 ਕੁ ਦਿਨਾਂ ਬਾਅਦ ਇਹ ਜਿਹੜਾ ਮਾਮਲਾ ਜਿਹੜਾ ਇਹ ਜ਼ਮਾਨਤ ਜਿਹੜੀ ਆ ਹੋ ਗਈ ਹੈ। ਯਾਨੀ ਕਿ ਹੈਰਾਨੀਜਨਕ ਗੱਲ ਜਿਹੜੀ ਹੈਗੀ ਹੈ। ਔਰ ਇਹ ਝੋਲ ਜਿਹੜਾ ਇੱਥੇ ਹੀ ਨਹੀਂ ਹੋਇਆ ਕਰਮ ਸਿੰਘ ਜਾਂ ਪੁਲਿਸ ਜਾਂ ਫਿਰ ਅਸ਼ੋਕ ਕੁਮਾਰ ਦੇ ਐਂਡ ਤੋਂ, ਇਹ ਝੋਲ ਜਿਹੜਾ ਇਹ 20/7/2023 ਨੂੰ ਭਾਵ ਕਿ ਜਿੱਦਣ ਜ਼ਮਾਨਤ ਮਿਲੀ ਹੈ, ਇਹ ਝੋਲ ਉਦਣ ਨਹੀਂ ਹੋਇਆ। ਇਹ ਝੋਲ ਤਾਂ ਉਦਣ ਹੀ ਹੋ ਗਿਆ ਸੀ ਜਿੱਦਣ ਇਹ FIR ਦਰਜ ਕੀਤੀ ਗਈ ਹੈ। ਉਹ ਕਿਉਂ ਤੇ ਕਿਵੇਂ? ਉਹ ਇਸ ਕਰਕੇ ਕਿ FIR ਜਿਹੜੀ ਹੈ ਉਹ ਕਰਮ ਸਿੰਘ ਵੱਲੋਂ ਨਹੀਂ, ਸਗੋਂ ਬੀਬੀ ਅਮਰਜੀਤ ਕੌਰ ਜਿਹੜਾ ਕਿ NRI ਪਰਿਵਾਰ ਆ ਉਹਨਾਂ ਦੇ ਵੱਲੋਂ ਇਹ FIR ਦਰਜ ਹੋਣੀ ਚਾਹੀਦੀ ਸੀ, ਜਿਹੜਾ ਕਿ ਅਸਲ ਦੇ ਵਿੱਚ ਪੀੜਤ ਹੈ, ਜਿਨ੍ਹਾਂ ਦੀ ਉਹ ਕੋਠੀ ਸੀ, ਜਿਨ੍ਹਾਂ ਦੀ ਕੋਠੀ ਤੋੜ ਭੰਨ ਕਰਕੇ ਇਹਨਾਂ ਨੇ ਉੱਥੇ ਉਹਦੀ ਡਿਵੈਲਪਮੈਂਟ ਕੀਤੀ ਜਾਂ ਉੱਥੇ ਕੁਝ ਨਵੇਂ ਤਰੀਕੇ ਨਾਲ ਉਹਦੀ ਕੰਸਟਰਕਸ਼ਨ ਕੀਤੀ। ਉਹਨਾਂ ਦਾ ਅੰਦਰੋਂ ਵੀ ਨੁਕਸਾਨ ਜਿਹੜਾ ਉਹਨਾਂ ਨੇ ਕੀਤਾ, ਆਪਾਂ ਦੇਖਿਆ ਕਿ ਜਦੋਂ ਕਰਮ ਸਿੰਘ ਚਾਬੀਆਂ ਦੇ ਕੇ ਭੱਜਿਆ ਤਾਂ ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਭੰਨ ਤੋੜ ਜਿਹੜੀ ਸਾਡੀ ਉੱਥੇ ਕੀਤੀ ਹੋਈ ਹੈ। ਔਰ ਉਹਨਾਂ ਦੇ ਘਰ ਦੇ ਅੱਗੇ ਜਿਵੇਂ ਸੜਕ ਬਣੀ, ਅਸਲ ਦੇ ਵਿੱਚ ਜਿਹੜੀ ਪੀੜਤ ਹੈ ਉਹ ਬੀਬੀ ਅਮਰਜੀਤ ਕੌਰ ਸੀ, ਉਹ NRI ਪਰਿਵਾਰ ਸੀ। ਔਰ ਉਹ NRI ਪਰਿਵਾਰ ਦੇ ਵੱਲੋਂ ਇਹ ਪਰਚਾ ਦਰਜ ਹੋਣਾ ਚਾਹੀਦਾ ਸੀ, ਪਰ ਪੁਲਿਸ ਨੇ ਪਤਾ ਨਹੀਂ ਕਿਉਂ ਉਸ ਪੀੜਤ ਪਰਿਵਾਰ ਦਾ ਬਿਆਨਾਂ ਦੇ ਉੱਪਰ ਪਰਚਾ ਦਰਜ ਨਾ ਕਰਕੇ ਕਿਉਂ ਕਰਮ ਸਿੰਘ ਜਿਹੜਾ ਕਿ ਵਿੱਚ ਵੈਸੇ ਹੀ ਆ, ਜਿਹੜਾ ਕਿ ਖੁਦ ਦੋਸ਼ੀ ਨਜ਼ਰ ਆ ਰਿਹਾ ਅੱਜ ਦੀ ਡੇਟ ਦੇ ਵਿੱਚ, ਉਹ ਕਰਮ ਸਿੰਘ ਦੇ ਜਾਨੀ ਕਿ ਇੱਕ ਦੋਸ਼ੀ ਤੋਂ ਦੂਜੇ ਦੋਸ਼ੀ ਦੇ ਉੱਪਰ ਪਰਚਾ ਦਰਜ ਕਰਵਾ ਦਿੱਤਾ, ਜਿਹੜਾ ਕਿ ਅੱਜ ਲੱਗ ਰਿਹਾ ਹੈ। ਤੇ ਉਹ ਦੋਸ਼ੀਆਂ ਨੇ ਆਪਸ ਦੇ ਵਿੱਚ ਰਾਜੀਨਾਮਾ ਕਰ ਲਿਆ। ਇੱਕ ਬੀਬੀ ਦਾ ਬੰਦਾ ਦੂਜੇ ਬੀਬੀ ਦੇ ਬੰਦੇ ਦੇ ਉੱਪਰ ਪਰਚਾ ਦਰਜ ਕਰਾ ਰਿਹਾ ਹੈ ਔਰ ਦੋਨਾਂ ਦਾ ਰਾਜੀਨਾਮਾ ਹੋ ਗਿਆ। ਹੁਣ ਇਹਦੇ ਵਿੱਚ ਰਾਜੀਨਾਮਾ ਕਰਾਉਣ ਵਾਲਾ ਕੌਣ ਹੈ? ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ? ਲੋਕ ਕੀ ਸੋਚਦੇ ਹੋ? ਤੁਸੀਂ ਕੀ ਸੋਚਦੇ ਹੋ? ਇਹ ਕਮੈਂਟ ਕਰਕੇ ਜਿਹੜਾ ਉਹ ਜ਼ਰੂਰ ਦੱਸਿਓ। ਔਰ ਹਾਲੇ ਵੀ ਜਿਹੜੀ ਇਹ ਗੱਲ ਸਮਝੋ ਬਾਹਰ ਹੈ, ਮੇਰੀ NRI ਪਰਿਵਾਰ ਦੇ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਔਰ ਮੈਂ ਉਹਨਾਂ ਨੂੰ ਪੁੱਛਦਾ ਰਹਿਣਾ। ਵੱਡੀ ਗੱਲ ਇਹ ਹੈ ਕਿ ਹਾਲੇ ਤੱਕ NRI ਪਰਿਵਾਰ ਦੇ ਨਾਮ ਦੇ ਉੱਪਰ ਦੁਬਾਰਾ ਕੋਠੀ ਨਹੀਂ ਹੋਈ,
ਪਰ ਦੋਸ਼ੀਆਂ ਦਾ ਅਸ਼ੋਕ ਕੁਮਾਰ ਦਾ ਤੇ ਕਰਮ ਸਿੰਘ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ, ਪਰ ਕੋਠੀ ਉਹਨਾਂ ਦੇ ਨਾਮ ਤੇ ਹਲੇ ਤੱਕ ਜਿਹੜੀ ਹੋਈ ਨਹੀਂ। ਯਾਨੀ ਕਿ ਬੜੀ ਹੈਰਾਨੀ ਦੀ ਗੱਲ ਹੈ। ਇੱਕ ਵਾਰ ਫੇਰ ਦੱਸ ਦਿੰਦਾ ਮੈਂ ਕਿ ਐਨਆਰਈ ਪਰਿਵਾਰ ਦੇ ਨਾਮ ਤੇ ਹਲੇ ਤੱਕ ਦੁਬਾਰਾ ਜਿਹੜੀ ਆ ਕੋਠੀ ਨਹੀਂ ਹੋਈ। ਚਾਬੀਆਂ ਉਹਨਾਂ ਨੂੰ ਦੇਤੀਆਂ ਪਰ ਕਾਗਜ਼ੀ ਪੱਤਰੀ ਉਹਨਾਂ ਦੇ ਨਾਮ ਤੇ ਹਲੇ ਜਿਹੜੀ ਕੋਠੀ ਨਹੀਂ ਹੋਈ। ਪਰ ਜਿਹੜਾ ਦੋਸ਼ੀ ਅਸ਼ੋਕ ਕੁਮਾਰ ਹੈ ਔਰ ਜਿਹੜਾ ਪਰਚਾ ਕਰਾਉਣ ਵਾਲਾ ਕਰਮ ਸਿੰਘ ਹੈ, ਉਹਨਾਂ ਦਾ ਆਪਸ ਦੇ ਵਿੱਚ ਰਾਜੀਨਾਮਾ ਹੋ ਗਿਆ, ਬੇਲ ਹੋ ਗਈ, ਪਰ ਕੋਠੀ ਨਾਮ ਨਹੀਂ ਹੋਈ। ਮਤਲਬ ਜਿਹੜੀ ਹੈਰਾਨੀ ਦੀ ਗੱਲ ਹੈ, ਇੱਥੇ ਬੜੇ ਸਵਾਲ ਜਿਹੜੇ ਇਹਦੇ ਵਿੱਚ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ, ਕਿਉਂਕਿ 34-35 ਦਿਨ ਉਹ ਫੜਿਆ ਕਿਉਂ ਨਹੀਂ ਗਿਆ ਜਿਹੜਾ ਅਸ਼ੋਕ ਕੁਮਾਰ ਸੀਗਾ, ਕਿਹਦੀ ਸ਼ਹਿ ਤੇ ਉਹਨੂੰ ਪੁਲਿਸ ਜਿਹੜੀ ਆ ਛੱਡਦੀ ਰਹੀ ਹੈ, ਔਰ ਦੁਬਾਰਾ ਹੁਣ ਰਾਜੀਨਾਮਾ ਹੋ ਕਿਵੇਂ ਗਿਆ। ਲੋਕ ਕੀ ਸੋਚਦੇ ਆ, ਤੁਸੀਂ ਕੀ ਸੋਚਦੇ ਆ, ਇਹਦੇ ਵਿੱਚ ਦੱਸਿਓ ਜ਼ਰੂਰ। ਔਰ ਹਾਲੇ ਤੱਕ ਐਨਆਰਈ ਪਰਿਵਾਰ ਜ਼ੋਰ ਲਾ ਰਿਹਾ ਕਿ ਭਾਈ ਸਾਡੇ ਬਿਆਨਾਂ ਤੇ ਪਰਚਾ ਦਰਜ ਕਰੋ, ਅਸੀਂ ਪੀੜਤਾਂ, ਕੋਠੀ ਸਾਡੀ ਸੀ, ਨੁਕਸਾਨ ਸਾਡਾ ਹੋਇਆ, ਬਾਹਰੋਂ ਅਸੀਂ ਕੰਮਕਾਜ ਛੱਡ ਕੇ ਇੱਥੇ ਆਏ ਹੋਏ ਆ, ਬਾਹਰੋਂ ਅਸੀਂ ਲੱਖਾਂ ਦੀਆਂ ਟਿਕਟਾਂ ਲੈ ਕੇ ਇੱਥੇ ਆਏ ਹੋਏ ਆ, ਨੁਕਸਾਨ ਵੀ ਚੱਲ ਰਹੇ ਆ, ਤੇ ਐਫਆਈਆਰ ਸਾਡੇ ਬਿਆਨਾਂ ਤੋਂ ਦਰਜ ਕਰੋ, ਨਾ ਕਿ ਕਰਮ ਸਿੰਘ ਦੇ ਬਿਆਨਾਂ ਤੋਂ। ਪਰ ਪੁਲਿਸ ਤੇ ਕੰਨਾਂ ਤੇ ਜੂੰ ਨਹੀਂ ਸਰਕੀ। ਉਹਨਾਂ ਨੇ ਪਤਾ ਨਹੀਂ ਕਿਹਦੀ ਸ਼ਹਿ ਦੇ ਉੱਪਰ, ਪਤਾ ਨਹੀਂ ਕਿਹਦੇ ਇਸ਼ਾਰਿਆਂ ਦੇ ਉੱਪਰ ਐਫਆਈਆਰ ਦਰਜ ਜਿਹੜੀ ਹੈ ਉਹ ਕਰਮ ਸਿੰਘ ਦੇ ਬਿਆਨਾਂ ਤੋਂ ਕਰ ਲਈ, ਤੇ ਕਰਮ ਸਿੰਘ ਨੇ ਹੁਣ ਜਿਹੜਾ ਉਹ ਰਾਜੀਨਾਮਾ ਕਰ ਲਿਆ ਅਸ਼ੋਕ ਕੁਮਾਰ ਦੇ ਨਾਲ। ਤੇ ਜਿਹੜੇ ਪਰਿਵਾਰ ਹੈ ਉਹ ਅੱਜ ਵੀ ਲੱਗਿਆ ਹੋਇਆ, ਉਹ ਅੱਜ ਵੀ ਜ਼ੋਰ ਲਾ ਰਿਹਾ ਕਿ ਭਾਈ ਸਾਡੇ ਬਿਆਨਾਂ ਦੇ ਆਧਾਰ ਤੋਂ ਜਿਹੜਾ ਪਰਚਾ ਦਰਜ ਕਰੋ। ਮਤਲਬ ਹੈਰਾਨੀ ਦੀ ਗੱਲ ਹੈ, ਇਹ ਹੋ ਕੀ ਰਿਹਾ, ਇਹ ਚੱਲ ਕੀ ਰਿਹਾ। ਔਰ ਮੈਂ ਇੱਥੇ ਲੋਕਾਂ ਨੂੰ ਫੇਰ ਅਪੀਲ ਕਰੂੰਗਾ ਕਿ ਜਿਹੜੀ ਚੀਜ਼ ਨੂੰ ਲੈ ਕੇ ਆਪਾਂ ਸਾਰੇ ਲੋਕ ਜਿਹੜੇ ਉਸ ਐਨਆਰਈ ਪਰਿਵਾਰ ਦੇ ਖਿਲਾਫ ਹੋ ਗਏ ਕਿ ਭਾਈ ਇਹਨਾਂ ਪਰਿਵਾਰ ਨੇ ਸਰਕਾਰ ਦਾ, ਭਗਵੰਤ ਮਾਨ ਦਾ, ਬਲਤੇਜ ਪੰਨੂ ਦਾ ਧੰਨਵਾਦ ਕਿਉਂ ਕਰ ਦਿੱਤਾ, ਇਸ ਕਰਕੇ ਆਪਾਂ ਸਾਰੇ ਜਣੇ ਉਹਦੇ ਖਿਲਾਫ ਹੋ ਗਏ ਆ। ਇਹ ਤੁਹਾਨੂੰ ਸੋਚਣਾ ਪਊਗਾ ਕਿ ਉਹ ਸਰਕਾਰ ਦਾ ਇੱਕ ਤੁਹਾਡੀ ਲਹਿਰ ਨੂੰ ਤੋੜਨ ਦੇ ਲਈ ਛੜਯੰਤਰ ਸੀਗਾ। ਹੁਣ ਉਹ ਪਰਿਵਾਰ ਜਿਹੜਾ ਉਹ ਇਕੱਲਾ ਪੈ ਚੁੱਕਿਆ, ਲੋਕ ਉਹਨਾਂ ਨੂੰ ਮਜ਼ਾਕ ਕਰਦੇ ਆ, ਉਦੋਂ ਬੜਾ ਹੁੱਬ ਤੁਰਦੇ ਸੀ, ਹੁਣ ਤੁਹਾਡਾ ਹੋ ਗਿਆ ਮਸਲਾ ਹੱਲ। ਮੈਂ ਫੇਰ ਲੋਕਾਂ ਨੂੰ ਜਿਹੜੀ ਅਪੀਲ ਕਰੂੰਗਾ ਕਿ ਉਹ ਲਹਿਰ ਤੋੜਨ ਵਾਸਤੇ ਸਰਕਾਰ ਦੇ ਛੜਯੰਤਰ ਜਿਹੜੇ ਆ, ਸਾਡੇ ਤੋਂ ਸੀਨੀਅਰ ਪੱਤਰਕਾਰ ਨੇ, ਸਾਡੇ ਤੋਂ ਸੀਨੀਅਰ ਲੋਕ ਨੇ, ਸਾਡੇ ਤੋਂ ਵੱਧ ਤਜਰਬੇ ਵਾਲੇ ਲੋਕ ਨੇ, ਉਹ ਜਾਣਦੇ ਆ ਕਿ ਸਰਕਾਰਾਂ ਕਿਵੇਂ ਛੜਯੰਤਰ ਚੱਲਦੀਆਂ ਹੁੰਦੀਆਂ। ਇਹ ਜਿਹੜੇ ਅੰਦੋਲਨ ਤੋੜਨ ਦੇ ਲਈ, ਲਹਿਰਾਂ ਤੋੜਨ ਦੇ ਲਈ, ਉਹ ਲਹਿਰ ਤੋੜਨ ਦੇ ਲਈ ਉਹਨਾਂ ਨੇ ਛੜਯੰਤਰ ਚੱਲਿਆ ਤੇ ਆਪਣੇ ਤੇ ਉਹ ਕੰਮ ਕਰ ਗਿਆ। ਤੇ ਉਹ ਪਰਿਵਾਰ ਵੀ ਇਹ ਗੱਲ ਮੰਨ ਰਿਹਾ ਕਿ ਭਾਈ ਅਸੀਂ ਉਹ ਚੀਜ਼ ਕੱਲ ਕਰਕੇ ਉਹ ਜਿਹੜੀ ਗਲਤੀ ਕਰ ਲਈ ਹੈ, ਹੁਣ ਦੁਬਾਰਾ ਸਾਡਾ ਸਾਥ ਦਿੱਤਾ ਜਾਵੇ। ਮੈਂ ਇੱਕ ਵਾਰ ਫੇਰ ਅਪੀਲ ਕਰੂੰਗਾ ਜਿੰਨੇ ਲੋਕ ਪਹਿਲਾਂ ਜਿਹੜੇ ਉਸ ਐਨਆਰਈ ਪਰਿਵਾਰ ਦੇ ਹੱਕ ਦੇ ਵਿੱਚ ਆਏ ਸੀ, ਇੱਕ ਵਾਰ ਫਿਰ ਇਹ ਜਿਹੜਾ ਕੰਮ ਅਧੂਰਾ ਰਹਿ ਗਿਆ, ਆਪਾਂ ਸਾਰੇ ਜਣੇ ਰਲ ਕੇ ਉਸ ਐਨਆਰਈ ਪਰਿਵਾਰ ਦੀ ਮਦਦ ਕਰੀਏ ਔਰ ਉਸ ਐਨਆਰਈ ਪਰਿਵਾਰ ਨੂੰ ਦੁਬਾਰਾ ਇਨਸਾਫ ਦਿਵਾਈਏ ਔਰ ਸਹੀ ਮਾਇਨਿਆਂ ਦੇ ਵਿੱਚ ਜਿੱਥੋਂ ਪਰਚਾ ਦਰਜ ਹੋਣਾ ਚਾਹੀਦਾ ਉੱਥੋਂ ਪਰਚਾ ਦਰਜ ਕਰਵਾਈਏ ਔਰ ਉਹਨਾਂ ਦੇ ਨਾਮ ਦੇ ਉੱਪਰ ਦੁਬਾਰਾ ਜਿਹੜੀ ਆ ਕੋਠੀ ਹੋਣੀ ਚਾਹੀਦੀ ਹੈ। ਇਹ ਵੀ ਆਪਾਂ ਜਿਹੜਾ ਦੁਬਾਰਾ ਸੰਘਰਸ਼ ਕਰੀਏ। ਇਹ ਜਿਹੜੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ। ਸਾਡੇ ਭੈਣ ਭਰਾ ਨੇ, ਗਲਤੀਆਂ ਹੋ ਜਾਂਦੀਆਂ, ਪੋਲੀਟੀਸ਼ੀਅਨ ਲੀਡਰ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਲੋਕਾਂ ਨੂੰ ਤੋੜ ਮਰੋੜ ਲੈਂਦੇ ਆ, ਮੋੜ ਲੈਂਦੇ ਆ, ਤਾਂ ਉਸ ਐਂਗਲ ਦੇ ਵਿੱਚ ਲੋਕ ਵਿਚਾਰੇ ਫਸ ਜਾਂਦੇ ਆ। ਔਰ ਜਦੋਂ ਬੰਦਾ ਫਸਿਆ ਹੋਵੇ ਤਾਂ ਉਦੋਂ ਸਾਰਿਆਂ ਦਾ ਹੀ ਧੰਨਵਾਦ ਕਰ ਦਿੰਦਾ ਹੈ। ਤਾਂ ਮੈਂ ਕਹੂੰਗਾ ਕਿ ਇੱਕ ਵਾਰ ਫੇਰ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਔਰ ਦੁਬਾਰਾ ਸੰਘਰਸ਼ ਵਿੱਢ ਕੇ ਉਸ ਆਪਣੀ ਨੇਪਰੇ ਚਾੜੇ ਸੰਘਰਸ਼ ਨੂੰ, ਜਾਂ ਕਹੀਏ ਕਿ ਵਿੱਢੇ ਹੋਏ ਸੰਘਰਸ਼ ਨੂੰ ਨੇਪਰੇ ਜਿਹੜਾ ਆਪਾਂ ਚਾੜੀਏ। ਇੱਥੇ ਮੈਂ ਅਪੀਲ ਜਿਹੜੀ ਆਪਣੇ ਲੋਕਾਂ ਨੂੰ ਕਰੂੰਗਾ ਕਿ ਇਹ ਝੋਲ ਜਿਹੜਾ ਹੋ ਗਿਆ ਉਸ ਐਨਆਰਈ ਪਰਿਵਾਰ ਦੇ ਨਾਲ, ਉਹਨਾਂ ਦੇ ਨਾਮ ਤੋਂ ਨਾ ਤਾਂ ਐਫਆਈਆਰ ਹੋਈ ਹੈ, ਦੋਸ਼ੀਆਂ ਦਾ ਰਾਜੀਨਾਮਾ ਹੋ ਗਿਆ, ਉਹ ਵਧੀਆ ਖੁੱਲੇ ਹੋ ਗਏ, ਤੇ ਐਨਆਰਈ ਪਰਿਵਾਰ ਜਿਹੜਾ ਉਹ ਫੇਰ ਲਟਕਦਾ। ਲੋਕੋ ਇੱਕ ਵਾਰ ਫੇਰ ਜਿਹੜਾ ਆਪਾਂ ਉਸ ਐਨਆਰਈ ਪਰਿਵਾਰ ਦੀ ਜਿਹੜੀ ਹੈ ਉਹ ਬਾਂਹ ਫੜੀਏ, ਉਹਦੀ ਜਿਹੜੀ ਹੈ ਉਹ ਸੰਘਰਸ਼ ਵਿੱਢੀਏ ਔਰ ਉਹਨਾਂ ਨੂੰ ਫੇਰ ਇਨਸਾਫ ਜਿਹੜਾ ਦਿਵਾਉਣ ਦੇ ਲਈ ਕੁਝ ਨਾ ਕੁਝ ਕਰੀਏ। ਕਿਉਂਕਿ ਐਨਆਰਈ ਲੋਕ ਜਿਹੜੇ ਆ ਉਹ ਵਿਚਾਰੇ ਭੋਲੇ ਹੁੰਦੇ ਆ ਔਰ ਪੰਜਾਬ ਦੇ ਲਈ ਸੋਚਦੇ ਵੀ ਆ। ਚਲੋ ਕਿਤੇ ਨਾ ਕਿਤੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਵੀ ਜਿਹੜੇ ਐਨਆਰਈ ਲੋਕ ਆ ਜਾਂਦੇ ਆ, ਚਲੋ ਕੋਈ ਗੱਲ ਨਹੀਂ, ਆਪਾਂ ਵੀ ਆ ਜਾਂਦੇ ਆ। ਇੱਕ ਵਾਰੀ ਮਾਫ ਕਰਕੇ ਉਹਦਾ ਨਾਲ ਦੁਬਾਰਾ ਜਿਹੜਾ ਸੰਘਰਸ਼ ਜਿਹੜਾ ਆਪਾਂ ਵਿੱਢੀਏ। ਇੰਨਾ ਹੀ ਕਹਿੰਦਾ ਹੋਇਆ ਇਸ ਪੂਰੇ ਮਾਮਲੇ ਦੀ ਜਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਦਿੱਤੀ ਹੈ। ਤੁਸੀਂ ਇਸ ਮਾਮਲੇ ਦੇ ਵਿੱਚ ਕੀ ਸੋਚਦੇ ਹੋ ਔਰ ਦੁਬਾਰਾ ਉਸ ਪਰਿਵਾਰ ਦੀ ਕਿਵੇਂ ਮਦਦ ਕਰਨੀ ਹੈ, ਉਸ ਤੇ ਗੌਰ ਜ਼ਰੂਰ ਫਰਮਾਇਓ। ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।